ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਪ੍ਰਚਲਿਤ ਬੋਲੀ ਦੇ ਵਿੱਚ ਸਿੱਖ ਨਿਯਮਾਂ ਦੀ ਪਾਬੰਦੀ ਨੂੰ ਸਿੱਖ ਰਹਿਤ ਮਰਜ਼ਾਦਾ ਦਾ ਨਾਮ ਦਿੱਤਾ ਗਿਆ ਹੈ ਅਤੇ ਜਿਸ ਪੁਸਤਕ ਦੇ ਵਿੱਚ ਇਹਨਾਂ ਨਿਯਮਾਂ ਨੂੰ ਲਿਖਿਆ ਗਿਆ ਹੋਵੇ ਉਸ ਨੂੰ ਰਹਿਤਨਾਮਾ ਆਖਿਆ ਜਾਂਦਾ ਹੈ। ਅਸਲ ਵਿੱਚ ਸਾਡਾ ਰਹਿਤਨਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਜਿਸ ਨੂੰ ਕਿ ਗੁਰੂ ਸਾਹਿਬ ਜੀ ਨੇ ਖੁਦ ਆਪ ਆਪਣੇ ਜੀਵਨ ਕਾਲ ਦੇ ਅੰਦਰ ਸੰਪਾਦਿਤ ਕੀਤਾ ਔਰ ਜਿਸ ਦਾ ਲੰਬਾ ਸਮਾਂ ਗੁਰੂ ਸਾਹਿਬ ਜੀ ਨੇ ਪ੍ਰਚਾਰ ਕੀਤਾ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੱਖੋ ਵੱਖਰੇ ਰਹਿਤਨਾਮੇ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋ ਗਏ, ਜਿਨ੍ਹਾਂ ਨੂੰ ਲਿਖਣ ਵਾਲਿਆਂ ਨੇ ਅਸਲ ਦੇ ਵਿੱਚ ਆਪਣੀਆਂ ਹੀ ਮਨੌਤਾਂ ਨੂੰ ਰਹਿਤ ਬਣਾ ਕੇ ਰਹਿਤਨਾਮਿਆਂ ਦੇ ਵਿੱਚ ਦਰਜ ਕਰ ਦਿੱਤਾ, ਜਦ ਕਿ ਉਹਨਾਂ ਦੀਆਂ ਉਹ ਅਨੇਕਾਂ ਮਨੌਤਾਂ ਐਸੀਆਂ ਸਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਸਨ ਖਾਂਦੀਆਂ। ਅੱਜ ਤੋਂ ਤਕਰੀਬਨ 50 ਕੁ ਸਾਲ ਪਹਿਲਾਂ ਪ੍ਰੋਫੈਸਰ ਪਿਆਰਾ ਸਿੰਘ ਪੱਦਮ ਹੁਣਾਂ ਨੇ ਰਹਿਤਨਾਮੇ ਦੇ ਸਿਰਲੇਖ ਹੇਠ ਇੱਕ ਕਿਤਾਬ ਸੰਪਾਦਿਤ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕੋਈ 37 ਦੇ ਕਰੀਬ ਰਹਿਤਨਾਮਿਆਂ ਦਾ ਜ਼ਿਕਰ ਕੀਤਾ ਸੀ ਔਰ ਉਹਨਾਂ ਨੇ ਖੁਦ ਆਪ ਇਸ ਗੱਲ ਨੂੰ ਮੰਨਿਆ ਕਿ ਇਹ ਰਹਿਤਨਾਮੇ ਕਦੋਂ ਲਿਖੇ ਗਏ, ਕਿਸ ਨੇ ਲਿਖੇ, ਇਸ ਦਾ ਕਿਸੇ ਦੇ ਕੋਲ ਵੀ ਕੋਈ ਪੱਕਾ ਸਬੂਤ ਨਹੀਂ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਰਹਿਤਨਾਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਣਾ ਲਿਖਿਆ ਹੋਇਆ ਨਹੀਂ ਹੈ। ਦਰਅਸਲ ਇਹਨਾਂ ਰਹਿਤਨਾਮਿਆਂ ਨੂੰ ਲਿਖਣ ਵਾਲਿਆਂ ਨੇ ਇਹਨਾਂ ਰਹਿਤਨਾਮਿਆਂ ਦੇ ਅੰਦਰ ਆਪਣੀਆਂ ਹੀ ਮਨੌਤਾਂ ਨੂੰ ਦਰਜ ਕੀਤਾ, ਪਰ ਉਹਨਾਂ ਮਨੌਤਾਂ ਨੂੰ ਸਿੱਖ ਸਮਾਜ ਦੇ ਅੰਦਰ ਵੱਧ ਤੋਂ ਵੱਧ ਪ੍ਰਵਾਨਗੀ ਦਿਵਾਉਣ ਵਾਸਤੇ ਉਹਨਾਂ ਰਹਿਤਨਾਮਿਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਮਾਂ ਦੇ ਨਾਲ ਜੋੜ ਕੇ ਪੇਸ਼ ਕੀਤਾ। ਜਿਹੜੇ ਵੀ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖ ਸਨ, ਜਿਵੇਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਦੇਸਾ ਸਿੰਘ ਜੀ, ਭਾਈ ਨੰਦ ਲਾਲ ਜੀ, ਇਹਨਾਂ ਲਿਖਾਰੀਆਂ ਨੇ ਆਪਣੀਆਂ ਇਹਨਾਂ ਲਿਖਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਨਿਕਟਵਰਤੀ ਸਿੱਖਾਂ ਦੇ ਨਾਵਾਂ ਦੇ ਨਾਲ ਜੋੜ ਕੇ ਪ੍ਰਚਲਿਤ ਕੀਤਾ, ਤਾਂ ਜੋ ਇਹਨਾਂ ਦੀਆਂ ਆਪਣੀਆਂ ਮਨੌਤਾਂ ਨੂੰ ਸਿੱਖ ਸਮਾਜ ਦੇ ਅੰਦਰ ਵੱਧ ਤੋਂ ਵੱਧ ਪ੍ਰਵਾਨਗੀ ਮਿਲ ਸਕੇ। ਪ੍ਰੋਫੈਸਰ ਪਿਆਰਾ ਸਿੰਘ ਪੱਦਮ ਅਨੁਸਾਰ ਇਹਨਾਂ ਦੇ ਵਿੱਚੋਂ ਕੇਵਲ ਭਾਈ ਦੇਸਾ ਸਿੰਘ ਦਾ ਰਹਿਤਨਾਮਾ ਉਹਨਾਂ ਦਾ ਆਪਣਾ ਲਿਖਿਆ ਹੋਇਆ ਹੈ। ਉਹਨਾਂ ਤੋਂ ਇਲਾਵਾ ਹੋਰ ਜਿਤਨੇ ਵੀ ਰਹਿਤਨਾਮੇ ਇਹਨਾਂ ਪੁਰਾਤਨ ਗੁਰੂ ਕਾਲ ਦੇ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਵਾਂ ਦੇ ਉੱਤੇ ਮਿਲਦੇ ਹਨ, ਇਹਨਾਂ ਦੇ ਵਿੱਚੋਂ ਕੋਈ ਵੀ ਰਹਿਤਨਾਮਾ ਉਹਨਾਂ ਗੁਰਸਿੱਖਾਂ ਦਾ ਆਪਣਾ ਲਿਖਿਆ ਹੋਇਆ ਨਹੀਂ ਹੈ। ਜਦ ਕਿ ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ, ਉਸ ਦੇ ਸੰਬੰਧ ਵਿੱਚ ਵੀ ਆਪਾਂ ਆਉਣ ਵਾਲੀ ਕਿਸੇ ਹੋਰ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਕਿ ਉਹਦੀਆਂ ਮਨੌਤਾਂ ਵੀ ਕਿਤਨੀਆਂ ਕੁ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਮੇਲ ਖਾਂਦੀਆਂ ਹਨ ਔਰ ਕਿਤਨੀਆਂ ਕੁ ਮਨੌਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਉਲਟ ਜਾਂਦੀਆਂ ਹਨ। ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਪ ਜੀ ਦੇ ਨਾਲ ਕੇਵਲ ਤੇ ਕੇਵਲ ਜੋ ਰਹਿਤਨਾਮੇ ਭਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ ਜੋੜ ਕੇ ਪੇਸ਼ ਕੀਤੇ ਗਏ ਹਨ, ਉਹਨਾਂ ਦੇ ਸੰਬੰਧ ਦੇ ਵਿੱਚ ਚਰਚਾ ਕਰਾਂਗਾ। ਰਹਿਤਨਾਮਿਆਂ ਦੇ ਨਾਮ ਹੇਠ ਭਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ 3 ਰਚਨਾਵਾਂ ਜੋੜੀਆਂ ਗਈਆਂ ਹਨ। ਇੱਕ ਰਹਿਤਨਾਮਾ, ਦੂਸਰਾ ਤਨਖਾਹਨਾਮਾ ਔਰ ਤੀਸਰੀ ਇੱਕ ਕਿਤਾਬ ਹੈ ਜਿਸ ਦਾ ਸਿਰਲੇਖ ਲਿਖਿਆ ਹੋਇਆ ਹੈ ਸਾਖੀ ਰਹਿਤ ਕੀ ਭਾਈ ਨੰਦ ਲਾਲ ਜੀ। ਇਹਨਾਂ ਦੇ ਵਿੱਚ ਜਿਹੜਾ ਤਨਖਾਹਨਾਮਾ ਹੈ, ਇੱਕ ਗੱਲ ਇੱਥੇ ਯਾਦ ਰੱਖਣ ਵਾਲੀ ਹੈ ਕਿ ਤਨਖਾਹਨਾਮਾ ਦਾ ਅਰਥ ਹੈ ਉਹ ਕਿਤਾਬ ਜਿਸ ਦੇ ਵਿੱਚ
ਉਹਨਾਂ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੋਵੇ ਜਿਹੜੇ ਕੰਮ ਧਰਮ ਅਨੁਸਾਰ ਸਜ਼ਾ ਦੇ ਯੋਗ ਹੋਵਣ, ਭਾਵ ਜਿਹੜੇ ਕੰਮ ਸਿੱਖ ਨੂੰ ਕਰਨੇ ਨਹੀਂ ਚਾਹੀਦੇ, ਪਰ ਜੇਕਰ ਕੋਈ ਸਿੱਖ ਕਰਦਾ ਹੈ ਤੇ ਉਸ ਸਿੱਖ ਨੂੰ ਉਹਨਾਂ ਕੀਤੇ ਹੋਏ ਕਰਮਾਂ ਦੀ ਸਜ਼ਾ ਦਿੱਤੀ ਜਾਵੇ, ਜਿਸ ਨੂੰ ਆਖਿਆ ਗਿਆ ਹੈ ਕਿ ਉਸ ਸਿੱਖ ਨੂੰ ਤਨਖਾਹ ਲਗਾਈ ਜਾਵੇ। ਅਸਲ ਦੇ ਵਿੱਚ ਜੇ ਦੇਖਿਆ ਜਾਏ ਤੇ ਗੁਰੂ ਕਾਲ ਦੇ ਅੰਦਰ ਇਹ ਤਨਖਾਹ ਲਗਾਉਣ ਵਾਲਾ ਸ਼ਬਦ ਜਿਹੜਾ ਸੀ ਬਿਲਕੁਲ ਵੀ ਪ੍ਰਚਲਿਤ ਨਹੀਂ ਸੀ। ਗੁਰੂ ਕਾਲ ਦੇ ਅੰਦਰ ਕੋਈ ਵੀ ਇੱਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ ਜਦੋਂ ਕਿਸੇ ਸਿੱਖ ਦੇ ਕੋਲੋਂ ਕੋਈ ਗਲਤੀ ਹੋਈ ਹੋਵੇ, ਕੋਈ ਭੁੱਲ ਹੋਈ ਹੋਵੇ ਤੇ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਆਖਿਆ ਹੋਵੇ ਕਿ ਤੂੰ ਇਸ ਭੁੱਲ ਨੂੰ ਬਖਸ਼ਵਾਉਣ ਵਾਸਤੇ ਇਤਨੇ ਪਾਠ ਜਪਜੀ ਸਾਹਿਬ ਦੇ ਕਰ, ਇਤਨੇ ਪਾਠ ਸੁਖਮਨੀ ਸਾਹਿਬ ਜੀ ਦੇ ਕਰ, ਇਤਨੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰ, ਇਤਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਸ਼ਨਾਨ ਕਰ, ਇਤਨੇ ਸਰੋਵਰਾਂ ਦੇ ਵਿੱਚ ਜਾ ਕੇ ਇਸ਼ਨਾਨ ਕਰ, ਇੰਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਤੂੰ ਕੜਾ ਪ੍ਰਸ਼ਾਦ ਦੀ ਦੇਗ ਕਰਵਾ। ਗੁਰੂ ਕਾਲ ਦੇ ਅੰਦਰ ਇਹੋ ਜਿਹਾ ਕਿਧਰੇ ਵੀ ਕੋਈ ਵਿਧਾਨ ਨਹੀਂ ਸੀ। ਇਹ ਤਨਖਾਹ ਲਗਾਉਣ ਦੀ ਪ੍ਰਥਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਸਾਰ ਤੋਂ ਚਲੇ ਜਾਣ ਤੋਂ ਚਿਰ ਸਮੇਂ ਬਾਅਦ ਹੋਂਦ ਦੇ ਵਿੱਚ ਆਈ। ਦਰਅਸਲ ਇਹ ਇੱਕ ਹਿੰਦੂ ਧਰਮ ਦੀ ਹੀ ਰੀਤੀ ਸੀ, ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਵਿਰੋਧਤਾ ਕੀਤੀ ਹੋਈ ਹੈ। ਗੁਰਬਾਣੀ ਦੇ ਵਿੱਚੋਂ ਅਨੇਕਾਂ ਇਹੋ ਜਿਹੇ ਪ੍ਰਮਾਣ ਮਿਲ ਜਾਂਦੇ ਹਨ ਜੋ ਹਿੰਦੂ ਧਰਮ ਦੇ ਅੰਦਰ ਇਹ ਮਰਜ਼ਾਦਾ ਪ੍ਰਚਲਿਤ ਸੀ ਕਿ ਕਿਸੇ ਮਨੁੱਖ ਦੇ ਕੋਲੋਂ ਕੋਈ ਅਵੱਗਿਆ ਹੋ ਜਾਂਦੀ, ਕੋਈ ਭੁੱਲ ਹੋ ਜਾਂਦੀ ਤੇ ਉਹ ਉਸ ਵੇਲੇ ਕਿਸੇ ਅਸਥਾਨ ਦੇ ਪੁਜਾਰੀ ਦੇ ਪਾਸ ਜਾ ਕੇ ਆਪਣੀ ਭੁੱਲ ਬਖਸ਼ਵਾਉਣ ਵਾਸਤੇ ਉੱਥੇ ਫਰਿਆਦ ਕਰਦਾ, ਅਰਦਾਸ ਕਰਦਾ ਤੇ ਫਿਰ ਉਸ ਅਸਥਾਨ ਦਾ ਪੁਜਾਰੀ ਉਸ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਧਾਰਮਿਕ ਸਜ਼ਾ ਜਿਹੜੀ ਸੀ ਉਹ ਲਗਾਉਂਦਾ। ਜਦ ਕਿ ਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਹੋ ਜਿਹੇ ਪ੍ਰਮਾਣ ਅਨੇਕਾਂ ਥਾਵਾਂ ਦੇ ਉੱਤੇ ਦਿੱਤੇ ਹਨ, ਜਿਵੇਂ ਸਤਿਗੁਰੂ ਆਖਦੇ ਨੇ ਕਿ ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਾਏ ਕਹੇ ਸਭ ਉਤਰੇ, ਬੌੜ ਕਮਾਵੇਂ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਪਹਿਲਾਂ ਤੇ ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖ ਪਾਪ ਕਰਦਾ ਹੈ, ਵਿਕਾਰ ਕਮਾਉਂਦਾ ਹੈ, ਗੁਨਾਹ ਕਰਦਾ ਹੈ। ਫਿਰ ਕਿਸੇ ਅਸਥਾਨ ਦੇ ਪੁਜਾਰੀ ਦੇ ਕੋਲ ਜਾ ਕੇ ਉਹਨਾਂ ਗੁਨਾਹਾਂ ਨੂੰ ਬਖਸ਼ਵਾਉਣ ਵਾਸਤੇ ਕੋਈ ਸਾਧਨ, ਕੋਈ ਤਰੀਕਾ ਪੁੱਛਦਾ ਹੈ। ਉਹ ਪੁਜਾਰੀ ਫਿਰ ਉਸ ਨੂੰ ਤਰੀਕਾ ਦੱਸਦਾ ਹੈ ਕਿ ਜੇ ਤੂੰ ਆਪਣੇ ਗੁਨਾਹ ਬਖਸ਼ਵਾਉਣੇ ਹਨ ਤੇ ਤੈਨੂੰ ਫਲਾਣੇ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ ਪਵੇਗਾ। ਤੇ ਪੁਜਾਰੀ ਦਾ ਦੱਸਿਆ ਹੋਇਆ ਮਨੁੱਖ ਫਿਰ ਉਹਨਾਂ ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦਾ ਹੈ। ਤੀਰਥਾਂ ਤੇ ਨਹਾਉਣ ਤੋਂ ਬਾਅਦ ਫਿਰ ਸਮਝ ਲੈਂਦਾ ਹੈ ਕਿ ਮੇਰੇ ਕੀਤੇ ਹੋਏ ਪਾਪ ਜਿਹੜੇ ਹਨ ਉਹ ਸਾਰੇ ਉਤਰ ਚੁੱਕੇ ਹਨ। ਗੁਰੂ ਸਾਹਿਬ ਕਹਿੰਦੇ ਨੇ ਇਸ ਮਾਨਤਾ ਦੇ ਵਿੱਚ ਇਹ ਨੁਕਸਾਨ ਹੁੰਦਾ ਹੈ ਕਿ ਮਨੁੱਖ ਫਿਰ ਤੋਂ ਆਪਣੇ ਆਪ ਨੂੰ ਧਰਮੀ ਮੰਨ ਬੈਠਦਾ ਹੈ ਔਰ ਨਵੇਂ ਸਿਰੇ ਤੋਂ ਗੁਨਾਹ ਕਰਨੇ ਸ਼ੁਰੂ ਕਰ ਦਿੰਦਾ ਹੈ, ਇਹ ਮੰਨ ਕੇ ਕਿ ਮੇਰੇ ਪਿਛਲੇ ਕੀਤੇ ਹੋਏ ਗੁਨਾਹ ਜਿਹੜੇ ਹਨ ਉਹ ਤੇ ਮੁਆਫ ਹੋ ਚੁੱਕੇ ਹਨ। ਬਿਲਕੁਲ ਉਸੇ ਹਿੰਦੂ ਧਰਮ ਦੀ ਇਸ ਮਰਜ਼ਾਦਾ ਦੀ ਨਕਲ ਕਰਦਿਆਂ ਹੋਇਆਂ ਹੀ ਸਾਡੇ ਸਿੱਖ ਸਮਾਜ ਦੇ ਅੰਦਰ ਇਹ ਤਨਖਾਹ ਲਗਾਉਣ ਦੀ ਪ੍ਰਥਾ ਪ੍ਰਚਲਿਤ ਹੋ ਗਈ, ਜਦ ਕਿ ਗੁਰੂ ਕਾਲ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕੋਈ ਇੱਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ ਜਿੱਥੇ ਕਿਧਰੇ ਸਤਿਗੁਰਾਂ ਨੇ ਕਿਸੇ ਸਿੱਖ ਨੂੰ ਕੋਈ ਇਹੋ ਜਿਹੀ ਤਨਖਾਹ ਲਗਾਈ ਹੋਈ ਹੋਵੇ। ਇਹ ਤਨਖਾਹ ਦਾ ਸ਼ਬਦ ਹੀ ਗੁਰੂ ਸਾਹਿਬ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਲੰਬੇ ਸਮੇਂ ਬਾਅਦ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋਇਆ। ਤੋ ਇਸ ਦਾ ਭਾਵ ਹੈ ਕਿ ਇਹ ਤਨਖਾਹਨਾਮਾ ਜਿਹੜੀ ਇਹ ਰਚਨਾ ਹੈ ਇਹ ਵੀ ਗੁਰੂ ਕਾਲ ਦੇ ਸਮੇਂ ਦੇ ਅੰਦਰ ਹੋਂਦ ਦੇ ਵਿੱਚ ਨਹੀਂ ਆਈ, ਨਾ ਹੀ ਗੁਰੂ ਸਾਹਿਬ ਜੀ ਦੇ ਹਜ਼ੂਰੀ ਸਿੱਖਾਂ ਵੱਲੋਂ ਲਿਖੀ ਹੋਈ ਇਹ ਰਚਨਾ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਕਾਫੀ ਸਮਾਂ ਬਾਅਦ ਦੇ ਵਿੱਚ ਇਹ ਰਚਨਾ ਜਿਹੜੀ ਹੈ ਇਹ ਲਿਖੀ ਗਈ ਹੈ। ਫਿਰ ਭਾਈ ਨੰਦ ਲਾਲ ਜੀ ਦੇ ਨਾਮ ਦੇ ਉੱਤੇ ਜਿਹੜੀ ਇੱਕ ਵਾਰਤਕ ਦੇ ਵਿੱਚ ਕਿਤਾਬ ਲਿਖੀ ਹੋਈ ਹੈ ਜਿਸ ਦਾ ਨਾਮ ਹੈ ਸਾਖੀ ਰਹਿਤ ਕੀ, ਉਸ ਦੀ ਸ਼ੁਰੂਆਤ ਹੀ ਦੱਸਦੀ ਹੈ। ਉਸ ਦੀ ਸ਼ੁਰੂਆਤ ਦੇ ਵਿੱਚ ਲਿਖਿਆ ਹੈ, ਤੁਸੀਂ ਸਕਰੀਨ ਦੇ ਉੱਪਰ ਉਹ ਦੇਖ ਸਕਦੇ ਹੋ ਕਿ ਇੱਕ ਦਿਨ ਭਾਈ ਨੰਦ ਲਾਲ ਜੀ ਬੋਲਿਆ, ਜੋ ਗਰੀਬ ਨਿਵਾਜ ਸਿੱਖਾਂ ਪੁੱਤਰਾਂ ਨੂੰ ਕੌਣ ਕਰਮ ਕਰਨੇ ਯੋਗ ਹਨ। ਜਿੱਥੋਂ ਪਤਾ ਚੱਲਦਾ ਹੈ ਕਿ ਇਸ ਕਿਤਾਬ ਨੂੰ ਲਿਖਣ ਵਾਲਾ ਕੋਈ ਹੋਰ ਹੈ।
ਜਿਹੜਾ ਇਹ ਕਹਿ ਰਿਹਾ ਹੈ ਕਿ ਇੱਕ ਦਿਨ ਭਾਈ ਨੰਦ ਲਾਲ ਜੀ ਬੋਲਿਆ, ਜੋ ਗਰੀਬ ਨਵਾਜ ਸਿੱਖਾਂ ਪੁੱਤਰਾਂ ਨੂੰ ਕੌਣ ਕਰਮ ਕਰਨੇ ਯੋਗ ਹਨ। ਜੇ ਇਹ ਰਚਨਾ ਭਾਈ ਨੰਦ ਲਾਲ ਜੀ ਦੀ ਆਪਣੀ ਹੁੰਦੀ ਤੇ ਫਿਰ ਉਹ ਇਹ ਲਿਖਦੇ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਪੁੱਛਿਆ। ਪਰ ਖੈਰ, ਇਸ ਦੇ ਅੰਦਰ ਜੋ ਕੁਝ ਲਿਖਿਆ ਗਿਆ ਹੈ ਉਹ ਮੈਂ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਜ਼ਰੂਰ ਕਰਨਾ ਚਾਹਾਂਗਾ, ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦਾ, ਜਿਸ ਨੂੰ ਕਿ ਭਾਈ ਨੰਦ ਲਾਲ ਜੀ ਦੇ ਨਾਮ ਦੇ ਉੱਤੇ ਮੜਿਆ ਗਿਆ। ਇਸ ਰਚਨਾ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਰਹਿਤ ਦੱਸਦਿਆਂ ਹੋਇਆਂ ਇਹ ਆਖਿਆ ਕਿ ਜੇ ਕੋਈ ਸਿੱਖ ਦਾੜੀ ਮੁੰਨਦਾ ਹੈ ਤਾਂ ਦਾੜੀ ਮੁੰਨਣ ਦਾ ਜਿਹੜਾ ਕੁਕਰਮ ਹੈ, ਦਾੜੀ ਮੁੰਨਣ ਦਾ ਜਿਹੜਾ ਗੁਨਾਹ ਹੈ, ਉਹ ਉਸੇ ਤਰ੍ਹਾਂ ਦਾ ਹੈ ਜਿਵੇਂ ਕੋਈ ਮਨੁੱਖ ਆਪਣੀ ਧੀ ਦੇ ਨਾਲ ਸੰਗ ਕਰੇ, ਭਾਵ ਆਪਣੀ ਬੱਚੀ ਦੇ ਨਾਲ, ਆਪਣੀ ਧੀ ਦੇ ਨਾਲ ਕੁਕਰਮ ਕਰੇ। ਇਹ ਸਿੱਖਿਆ ਕਿਸੇ ਵੀ ਤਰੀਕੇ ਦੇ ਨਾਲ ਗੁਰਬਾਣੀ ਪੜ੍ਹਨ ਵਾਲਾ ਮਨੁੱਖ ਨਹੀਂ ਮੰਨ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਅਨੁਕੂਲ ਹੈ। ਤੁਸੀਂ ਸਕਰੀਨ ਦੇ ਉੱਪਰ ਉਹ ਦੇਖ ਸਕਦੇ ਹੋ, ਉੱਥੇ ਲਿਖਿਆ ਹੋਇਆ ਕਿ ਜੋ ਮੇਰਾ ਸਿੱਖ ਹੋਸੀ ਸੋ ਉਸ ਤਰ੍ਹਾਂ ਨਾ ਲਾਵਸੀ। ਮੈਂ ਹਾਈਲਾਈਟ ਉਹ ਪੰਕਤੀਆਂ ਕੀਤੀਆਂ ਹੋਈਆਂ ਹਨ, ਤੁਸੀਂ ਦੇਖ ਸਕਦੇ ਹੋ। ਮੇਰੇ ਸਿੱਖ ਨੂੰ ਜਿਹਾ ਉਸ ਤਰ੍ਹਾਂ ਲਾਇਆ ਅਤੇ ਦਾੜੀ ਮੁੰਨੀ ਤੇਹਾ ਧੀ ਨਾਲ ਸੰਗ ਕੀਤਾ। ਔਰ ਇਸ ਨੂੰ ਆਖਿਆ ਜਾ ਰਿਹਾ ਹੈ ਕਿ ਇਹ ਰਹਿਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦੱਸੀ ਕਿ ਮੰਨ ਲਿਆ ਜਾਏ ਕਿ 10 ਪਾਤਸ਼ਾਹੀਆਂ ਦੀ ਵਿਚਾਰਧਾਰਾ ਜਿਹੜੀ ਸੀ ਉਹ ਇੱਕ ਨਹੀਂ ਸੀ। ਜੇ ਸੱਤਾ ਤੇ ਬਲਵੰਡ ਦੀ ਬਾਣੀ ਦੇ ਅੰਦਰ ਜਦੋਂ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੀ ਗੱਲ ਕੀਤੀ ਗਈ, ਉਦੋਂ ਇਹ ਵਾਕ ਆਖੇ ਗਏ ਕਿ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਗੁਰੂ ਸਾਹਿਬਾਨ ਜੀ ਦਾ ਕੇਵਲ ਸਰੀਰ ਬਦਲਦਾ ਸੀ, ਉਹਨਾਂ ਦੀ ਵਿਚਾਰਧਾਰਾ ਉਹੀ ਸੀ, ਉਹਨਾਂ ਦਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਉਹੀ ਸੀ, ਕਿ 10ਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਜਾ ਕੇ ਇਹ ਜੋਤ ਤੇ ਜੁਗਤ ਜਿਹੜੀ ਸੀ ਇਹ ਤਬਦੀਲ ਹੋ ਚੁੱਕੇ ਸਨ। ਜੇ ਇਸ ਰਚਨਾ ਨੂੰ ਇਹ ਮੰਨਿਆ ਜਾਏ ਕਿ ਭਾਈ ਨੰਦ ਲਾਲ ਜੀ ਨੇ ਲਿਖੀ ਹੈ ਔਰ ਭਾਈ ਨੰਦ ਲਾਲ ਜੀ ਨੇ ਉਹ ਲਿਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਇਆ ਹੈ, ਤੇ ਫਿਰ ਸਾਨੂੰ ਇਹ ਕਹਿਣਾ ਪਏਗਾ ਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਕੀ ਦੇ 9 ਗੁਰੂਆਂ ਤੋਂ ਵੱਖਰੇ ਸਨ ਔਰ ਕੱਟੜ ਸੋਚ ਦੇ ਧਾਰਨੀ ਸਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨ ਵਾਲਾ ਹਿਰਦਾ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਦਾ ਕਿ ਗੁਰੂ ਸਾਹਿਬ ਇਹੋ ਜਿਹੀ ਸ਼ਬਦਾਵਲੀ ਵਰਤਦੇ ਹੋਵਣ, ਇਹ ਆਖਣ ਕਿ ਜੇ ਕੋਈ ਸਿੱਖ ਦਾੜੀ ਮੁੰਨਦਾ ਹੈ ਤੇ ਉਸ ਦਾ ਦਾੜੀ ਮੁੰਨਣਾ ਉਸੇ ਤਰੀਕੇ ਦਾ ਕੁਕਰਮ ਮੰਨਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਕੋਈ ਮਨੁੱਖ ਆਪਣੀ ਧੀ ਦੇ ਨਾਲ, ਆਪਣੀ ਬੱਚੀ ਦੇ ਨਾਲ ਕੁਕਰਮ ਕਰ ਰਿਹਾ ਹੋਵੇ। ਫਿਰ ਇਸ ਤੋਂ ਅਗਾਂਹ ਚੱਲੀਏ ਤੇ ਤੁਸੀਂ ਦੇਖੋਗੇ ਕਿ ਇਸ ਰਹਿਤਨਾਮੇ ਦਾ ਲਿਖਾਰੀ ਕਿੰਨੀ ਚਾਲਾਕੀ ਦੇ ਨਾਲ ਸਮੁੱਚੇ ਸਿੱਖ ਸਮਾਜ ਨੂੰ ਜਨੇਊਧਾਰੀ ਬਣਾਉਣਾ ਚਾਹੁੰਦਾ ਹੈ। ਤੁਸੀਂ ਦੇਖੋ ਸਕਰੀਨ ਦੇ ਉੱਪਰ ਲਿਖਿਆ ਹੋਇਆ ਹੈ ਕਿ ਜੋ ਬ੍ਰਾਹਮਣ ਤਮਾਕੂ ਪੀਵੇ ਅਤੇ ਮਾਸ ਖਾਵੇ ਤਿਸ ਪਾਸੋਂ ਜੰਜੂ ਪਾਵਣਾ ਮਹਾ ਹੱਤਿਆ ਹੈ, ਕਿਉਂ ਤਮਾਕੂ ਅਤੇ ਗਊ ਮਾਸ ਖਾਵੇ ਤੈਸਾ ਬਰਾਬਰ ਹੈ। ਗੁਰੂ का आखना है, ਕਹਿੰਦੇ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ। ਲਿਖਣ ਵਾਲਾ ਲਿਖਾਰੀ ਇਸ ਲਿਖਤ ਨੂੰ ਭਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ ਜੋੜ ਕੇ ਪੇਸ਼ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਇਹ ਗੱਲ ਆਖੀ ਕਿ ਜਿਹੜਾ ਕੋਈ ਬ੍ਰਾਹਮਣ ਤਮਾਕੂ ਪੀਂਦਾ ਹੋਵੇ ਜਾਂ ਮਾਸ ਖਾਂਦਾ ਹੋਵੇ ਉਸ ਬ੍ਰਾਹਮਣ ਦੇ ਕੋਲੋਂ ਜਨੇਊ ਨਹੀਂ ਪਹਿਨਣਾ। ਇਸ ਦਾ ਭਾਵ ਜੇ ਕੋਈ ਬ੍ਰਾਹਮਣ ਤਮਾਕੂ ਨਾ ਪੀਂਦਾ ਹੋਵੇ, ਮਾਸ ਨਾ ਖਾਂਦਾ ਹੋਵੇ, ਤਾਂ ਕਿ ਅਜਿਹੇ ਬ੍ਰਾਹਮਣ ਤੋਂ ਸਿੱਖ ਨੂੰ ਜਨੇਊ ਪਹਿਨਣਾ ਚਾਹੀਦਾ ਹੈ। ਅਸਿੱਧੇ ਤਰੀਕੇ ਦੇ ਨਾਲ ਇਸ ਰਹਿਤਨਾਮੇ ਦਾ ਲਿਖਾਰੀ ਸਮੁੱਚੇ ਸਿੱਖ ਸਮਾਜ ਨੂੰ ਜਨੇਊਧਾਰੀ ਬਣਾਉਣਾ ਚਾਹੁੰਦਾ ਹੈ। ਫਿਰ ਇਸ ਤੋਂ ਅਗਾਂਹ ਹੋਰ ਚੱਲੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਨ ਵਾਲੇ ਸਾਰੇ ਸਿੱਖ ਚੰਗੀ ਤਰ੍ਹਾਂ ਜਾਣਦੇ ਨੇ, ਜਿਸ ਨੇ ਕਿਧਰੇ
ਥੋੜਾ ਬਹੁਤਾ ਵੀ ਗੁਰਬਾਣੀ ਨੂੰ ਸਮਝਣ ਦਾ ਯਤਨ ਕੀਤਾ ਹੋਵੇਗਾ, ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਾਰ-ਬਾਰ ਸ਼ਰਾਧਾਂ ਦਾ ਖੰਡਨ ਕੀਤਾ ਗਿਆ ਹੈ। ਸ਼ਰਾਧ ਕਰਨੇ ਹਿੰਦੂ ਧਰਮ ਦੀ ਇੱਕ ਨਕਲ ਕਰਨੀ ਹੈ, ਜੋ ਸਨਾਤਨ ਮਤ ਦੇ ਅੰਦਰ ਮਾਨਤਾ ਹੈ ਕਿ ਜਦੋਂ ਕੋਈ ਪ੍ਰਾਣੀ ਮਰ ਜਾਂਦਾ ਹੈ, ਮਰਨ ਤੋਂ ਬਾਅਦ ਸਾਲ ਬਾਅਦ ਉਸ ਦੇ ਨਾਮ ਦੇ ਉੱਤੇ ਸ਼ਰਾਧ ਕੀਤੇ ਜਾਵਣ, ਉਸ ਦੇ ਨਾਮ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਪੰਡਤਾਂ ਨੂੰ ਬੁਲਾ ਕੇ ਪੰਡਤਾਂ ਨੂੰ ਛਕਾਏ ਜਾਵਣ ਅਤੇ ਉਹ ਛਕਾਏ ਹੋਏ ਪਕਵਾਨ ਜਿਹੜੇ ਹਨ ਤੁਹਾਡੇ ਮਰ ਚੁੱਕੇ ਵੱਡੇ ਵਡੇਰਿਆਂ ਤੱਕ, ਪਿਤਰਾਂ ਤੱਕ ਜਿਹੜੇ ਨੇ ਅੱਪੜ ਜਾਂਦੇ ਹਨ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਿੱਖਿਆ ਦਿੱਤੀ ਸੀ ਕਿ ਆਪਣੇ ਜਿਉਂਦੇ ਪਿਤਰਾਂ ਦੀ ਸੰਭਾਲ ਕਰੋ, ਜਿਉਂਦੇ ਬਜ਼ੁਰਗਾਂ ਦੀ ਸੰਭਾਲ ਕਰੋ। ਸਮਾਜ ਦੇ ਅੰਦਰ ਕਿਹੋ ਜਿਹੀ ਕੁਝ ਹੀ ਰੀਤ ਚੱਲ ਰਹੀ ਹੈ ਕਿ ਮਨੁੱਖ ਆਪਣੇ ਜਿਉਂਦੇ ਮਾਪਿਆਂ ਦੀ ਸਾਂਭ ਸੰਭਾਲ ਤੇ ਨਹੀਂ ਕਰਦਾ, ਉਹਨਾਂ ਦੇ ਪ੍ਰਤੀ ਆਪਣੇ ਬਣਦੇ ਹੋਏ ਫਰਜ਼, ਆਪਣੀਆਂ ਬਣਦੀਆਂ ਹੋਈਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਤੇ ਭਗੌੜਾ ਹੋ ਜਾਂਦਾ ਹੈ। ਜਦ ਕਿ ਜਿਹੜੇ ਮਰ ਚੁੱਕੇ ਹਨ, ਮਰਨ ਤੋਂ ਬਾਅਦ ਫਿਰ ਉਹਨਾਂ ਦੇ ਨਾਮ ਦੇ ਉੱਤੇ ਸਾਲ ਬਾਅਦ ਧਾਰਮਿਕ ਅਸਥਾਨਾਂ ਦੇ ਉੱਤੇ ਜਾ ਕੇ ਲੰਗਰ ਲਗਾਉਂਦਾ ਹੈ। ਗੁਰੂ ਸਾਹਿਬ ਨੇ ਆਖਿਆ ਸੀ ਜਿਉਂਦੇ ਮਾਪਿਆਂ ਦੀ ਸਾਂਭ ਸੰਭਾਲ ਕੀਤੀ ਜਾਏ। ਜਦੋਂ ਵਾਕ ਆਖੇ ਸਨ ਕਿ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ, ਪਰ ਜਦੋਂ ਇਸ ਰਹਿਤਨਾਮੇ ਦੇ ਲਿਖਾਰੀ ਵੱਲ ਦੇਖਿਆ ਜਾਂਦਾ ਹੈ ਤੇ ਉਹ ਇਸ ਦੇ ਅੰਦਰ ਆਖਦਾ ਹੈ ਕਿ ਜੇ ਸ਼ਰਾਧ ਆਵਨ, ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਹਾਈਲਾਈਟ ਕੀਤੀਆਂ ਹੋਈਆਂ ਲਾਈਨਾਂ ਨੇ ਕਿ ਜੇ ਸ਼ਰਾਧ ਆਵਨ ਤਾਂ 36 ਪ੍ਰਕਾਰ ਦਾ ਪ੍ਰਸਾਦ ਕਰੇ, ਕਿ 36 ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਵਣ, ਕਰਕੇ ਤਿਆਰ ਪ੍ਰਸਾਦ ਅਤੇ ਖਾਲਸੇ ਨੂੰ ਸੱਦ ਕੇ ਆਨੰਦ ਪੜੇ, ਕਿ ਖਾਲਸੇ ਨੂੰ ਸਿੱਖਾਂ ਨੂੰ ਆਪਣੇ ਘਰ ਬੁਲਾਵੇ, ਆਨੰਦ ਸਾਹਿਬ ਦਾ ਪਾਠ ਕਰੇ ਤੇ ਪੜ੍ਹ ਕੇ ਆਨੰਦ ਅਰਦਾਸ ਕਰੇ। ਉਸ ਤੋਂ ਬਾਅਦ ਫਿਰ ਅਰਦਾਸ ਕੀਤੀ ਜਾਏ, ਸਿੱਖਾਂ ਨੂੰ ਪ੍ਰਸ਼ਾਦ ਖਵਾਵੇ, ਸਿੱਖਾਂ ਨੂੰ ਉਹ ਸ਼ਰਾਧਾਂ ਦਾ ਪ੍ਰਸ਼ਾਦ ਜਿਹੜਾ ਹੈ 36 ਪ੍ਰਕਾਰ ਦੇ ਪਕਵਾਨ ਜਿਹੜੇ ਹਨ ਉਹ ਖਵਾਲੇ ਜਾਵਣ। ਤੇ ਲਿਖਿਆ ਹੈ ਇਸ ਦਾ ਦਿੱਤਾ ਥਾਂ ਪੜੇ ਅਤੇ ਪਿਤਰਾਂ ਨੂੰ ਵੀ ਪਹੁੰਚੇ। ਜਿਹੜਾ ਕੋਈ ਇਸ ਤਰੀਕੇ ਦੇ ਨਾਲ ਕਰੇਗਾ ਉਸ ਦਾ ਦਿੱਤਾ ਹੋਇਆ ਦਾਨ ਥਾਂ ਪਵੇਗਾ, ਪ੍ਰਵਾਨ ਹੋਵੇਗਾ ਅਤੇ ਉਸ ਦਾ ਦਿੱਤਾ ਹੋਇਆ ਦਾਨ, ਉਸ ਦੇ ਛਕਾਏ ਹੋਏ ਪਕਵਾਨ ਜਿਹੜੇ ਹਨ ਉਸ ਦੇ ਮਰ ਚੁੱਕੇ ਵੱਡੇ ਵਡੇਰਿਆਂ ਤੱਕ ਅੱਪੜਨਗੇ। ਕਿਸ ਤਰੀਕੇ ਦੇ ਨਾਲ ਮੰਨ ਲਈਏ ਕਿ ਇਹ ਰਚਨਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਿਸੇ ਹਜ਼ੂਰੀ ਨਿਕਟਵਰਤੀ ਸਿੱਖ ਦੀ ਹੋਵੇਗੀ? ਕਿਵੇਂ ਇਹ ਗੱਲ ਮੰਨੀ ਜਾਏ ਕਿ ਇਹ ਸਿੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਕਿਸੇ ਸਿੱਖ ਨੂੰ ਲਿਖਵਾਈ ਹੋਈ ਹੋਵੇ, ਇਹ ਰਹਿਤ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਦੱਸੀ ਹੋਈ ਹੋਵੇ? ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਤੇ ਥਾਂ ਥਾਂ ਦੇ ਉੱਤੇ ਸ਼ਰਾਧਾਂ ਦਾ ਖੰਡਨ ਕੀਤਾ ਗਿਆ ਹੋਇਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਉਲਟ ਜਾ ਕੇ ਆਪਣੇ ਸਿੱਖਾਂ ਨੂੰ ਸ਼ਰਾਧ ਕਰਨ ਦੀ ਹਦਾਇਤ ਕਰਦੇ ਹੋਵਣ। ਬਸ ਇਹਨਾਂ ਰਹਿਤਨਾਮਿਆਂ ਦਾ ਹੀ ਇਹ ਸਾਰਾ ਅਸਰ ਹੈ। ਅੱਜ ਜੋ ਸ਼ਰਾਧਾਂ ਵਰਗੇ ਕਰਮਕਾਂਡ ਜਿਹੜੇ ਹਨ ਸਿੱਖ ਸਮਾਜ ਦੇ ਅੰਦਰ ਸਨਾਤਨ ਮਤ ਦੇ ਨਾਲੋਂ ਵੀ ਜ਼ਿਆਦਾ ਪ੍ਰਚਲਿਤ ਹੋ ਚੁੱਕੇ ਹਨ। ਅਸੀਂ ਆਪਣੇ ਵੱਡੇ ਵਡੇਰਿਆਂ ਦੇ ਸ਼ਰਾਧ ਤੇ ਕਰਨੇ ਹੀ ਸਨ, ਬਲਕਿ ਜਿਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸ਼ਰਾਧਾਂ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਸੀ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ 10ਵੀਂ ਦਾ ਸ਼ਰਾਧ ਕਰਨਾ ਸ਼ੁਰੂ ਕਰ ਦਿੱਤਾ। ਇਹ ਜੋ ਕੁਝ ਵੀ ਕਰਮਕਾਂਡਾਂ ਦਾ ਬੋਲਬਾਲਾ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋਇਆ ਹੈ ਉਸ ਦਾ ਵੱਡਾ ਕਾਰਨ ਗੁਰੂ ਗ੍ਰੰਥ ਜੀ ਦੀ ਬਾਣੀ ਦੀ ਵਿਚਾਰਧਾਰਾ ਦੇ ਨਾਲ ਟੁੱਟਣਾ ਔਰ ਇਹੋ ਜਿਹੀਆਂ ਲਿਖਤਾਂ ਦੀਆਂ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਣਾ ਹੈ। ਫਿਰ ਇਸੇ ਰਹਿਤਨਾਮੇ ਦੇ ਅੰਦਰ ਤੁਸੀਂ ਹੋਰ ਅੱਗੇ ਜਾਓਗੇ, ਜਿਸ ਨੂੰ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਆਖਿਆ ਜਾਂਦਾ ਹੈ, ਸਾਖੀ ਰਹਿਤ ਕੀ ਉਹਨਾਂ ਦੇ ਨਾਮ ਦੇ ਉੱਤੇ ਪ੍ਰਚਲਿਤ ਕੀਤੀ ਗਈ ਹੈ। ਉਸੇ ਰਹਿਤ ਦੇ ਅੰਦਰ ਇਹ ਗੱਲ ਵੀ ਲਿਖੀ ਹੋਈ ਹੈ ਕਿ ਭਾਈ ਇਸਤਰੀ ਜਾਮੇ ਤੇ ਵਿਸਾ ਨਹੀਂ ਕਰਨਾ, ਅੰਤੈ ਦਾ ਲਾਹਾ ਇਸਤਰੀ ਕੋ ਨਹੀਂ ਦੇਵਣਾ। ਕੀ ਇਹ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਸਕਦੇ ਹਨ ਕਿ ਇਸਤਰੀ ਦੇ ਜਾਮੇ ਦੇ ਉੱਤੇ ਭਰੋਸਾ ਨਹੀਂ ਕਰਨਾ, ਆਪਣੇ ਅੰਦਰ ਦੀ ਗੱਲ ਜਿਹੜੀ ਹੈ ਇਸਤਰੀ ਨੂੰ ਨਹੀਂ ਦੱਸਣੀ।
ਤੇ ਜੇ ਇਸਤਰੀ ਦੇ ਜਾਮੇ ਦੇ ਉੱਤੇ ਭਰੋਸਾ ਨਹੀਂ ਕਰਨਾ, ਅੱਧਾ ਸਮਾਜ ਹੈ ਸਾਡਾ, ਤੇ ਕੀ ਸਾਡੇ ਸਮਾਜ ਦੇ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਨਹੀਂ ਹੋਵੇਗਾ? ਕਿਹੋ ਜਿਹੇ ਸਮਾਜ ਦੀ ਸਿਰਜਣਾ ਹੋਵੇਗੀ ਜਿੱਥੇ ਮਨੁੱਖ ਆਪਣੀ ਇਸਤਰੀ ਦੇ ਉੱਤੇ ਵਿਸ਼ਵਾਸ ਹੀ ਨਾ ਕਰਦਾ ਹੋਵੇ? ਇਹਨਾਂ ਲਿਖਤਾਂ ਨੂੰ ਗੁਰਮਤਿ ਅਨੁਸਾਰੀ ਕਹਿ ਕੇ ਉਹ ਲੋਕ ਪ੍ਰਚਾਰਦੇ ਨੇ, ਜਾਂ ਇਹਨਾਂ ਲਿਖਤਾਂ ਨੂੰ ਭਾਈ ਨੰਦ ਲਾਲ ਜੀ ਦੀਆਂ, ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਿੱਖਾਂ ਦੀਆਂ ਲਿਖਤਾਂ ਉਹ ਲੋਕ ਮੰਨਦੇ ਹਨ ਜਿਨ੍ਹਾਂ ਨੇ ਇਹੋ ਜਿਹੀਆਂ ਹੀ ਗੰਦੀਆਂ ਰਚਨਾਵਾਂ ਦਾ ਲਿਖਿਆ ਹੋਇਆ ਇੱਕ ਗ੍ਰੰਥ, ਜਿਸ ਨੂੰ 10ਵਾਂ ਗ੍ਰੰਥ ਆਖਿਆ ਜਾਂਦਾ ਹੈ, ਉਸ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਮੜਿਆ ਹੋਇਆ ਹੈ। ਜਿਨ੍ਹਾਂ ਨੇ ਇਹੋ ਜਿਹੀਆਂ ਲਿਖਤਾਂ 10ਵਾਂ ਗ੍ਰੰਥ ਵਰਗੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਮੜ ਕੇ ਪੇਸ਼ ਕੀਤੀਆਂ ਹੋਈਆਂ ਹੋਵਣ, ਉਹਨਾਂ ਵਾਸਤੇ ਇਹੋ ਜਿਹੀਆਂ ਲਿਖਤਾਂ ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਿੱਖਾਂ ਦੇ ਨਾਮ ਦੇ ਨਾਲ ਮੜਨੀਆਂ ਕਿੱਡੀ ਕੋ ਵੱਡੀ ਬਾਤ ਸੀ। ਪਰ ਮਾਨਸਿਕਤਾ ਇਹਨਾਂ ਦੋਨਾਂ ਲਿਖਤਾਂ ਦੇ ਪਿੱਛੇ ਉਹੀ ਕੰਮ ਕਰਦੀ ਹੈ। 10ਵਾਂ ਗ੍ਰੰਥ ਦਾ ਵੀ ਜਦੋਂ ਤੁਸੀਂ 15ਵਾਂ ਚਰਿੱਤਰ ਪੜ੍ਹਦੇ ਹੋ ਤੇ ਉਸ 15ਵੇਂ ਚਰਿੱਤਰ ਦੇ ਅਖੀਰ ਦੇ ਉੱਤੇ ਜਾ ਕੇ ਵੀ ਸਿੱਖਿਆ ਇਹੀ ਦਿੱਤੀ ਹੈ ਕਿ ਜੇ ਕੋਈ ਮਨੁੱਖ ਇਸਤਰੀ ਦੇ ਉੱਤੇ ਵਿਸ਼ਵਾਸ ਕਰਦਾ ਹੈ, ਇਸਤਰੀ ਨੂੰ ਆਪਣੇ ਚਿੱਤ ਦਾ ਭੇਤ ਦਿੰਦਾ ਹੈ, ਉਹ ਮਨੁੱਖ 7 ਦਿਨਾਂ ਦੇ ਵਿੱਚ ਵਿੱਚ ਖੁਆਰ ਹੋ ਜਾਵੇਗਾ। ਤੇ ਜੋ ਸਿੱਖਿਆ 10ਵਾਂ ਗ੍ਰੰਥ ਦੇ ਵਿੱਚੋਂ ਮਿਲਦੀ ਹੈ, 69 ਚਰਿੱਤਰਾਂ ਦੇ ਵਿੱਚੋਂ ਮਿਲਦੀ ਹੈ, ਉਹੀ ਸਿੱਖਿਆ ਇੱਥੇ ਭਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ ਮੜੀ ਗਈ, ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟ ਵਰਤੀ ਸਿੱਖਾਂ ਦੇ ਨਾਮ ਦੇ ਨਾਲ ਮੜੀ ਗਈ, ਔਰ ਆਖਿਆ ਗਿਆ ਕਿ ਇਸਤਰੀ ਦੇ ਜਾਮੇ ਤੇ ਵਿਸਾਹ ਨਹੀਂ ਕਰਨਾ, ਅੰਤੈ ਦਾ ਲਾਹਾ ਇਸਤਰੀ ਕੋ ਨਹੀਂ ਦੇਵਣਾ। ਔਰ ਆਖਿਆ ਗਿਆ ਕਿ ਇਹ ਰਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਲਿਖਵਾਈ, ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਰਹਿਤ ਭਾਈ ਨੰਦ ਲਾਲ ਜੀ ਨੂੰ ਲਿਖਵਾ ਰਹੇ ਹੋਵਣਗੇ, ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤ ਦੇ ਅੰਦਰ ਖਿਆਲ ਨਹੀਂ ਆਇਆ ਹੋਵੇਗਾ ਕਿ ਮੇਰੀ ਮਾਤਾ ਗੁਜਰੀ ਜੀ, ਉਹ ਵੀ ਇੱਕ ਇਸਤਰੀ ਜਾਮੇ ਦੇ ਵਿੱਚੋਂ ਹੈ, ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੇਰੀ ਮਾਤਾ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਹੋਵੇਗਾ। ਕਿ ਇਸ ਲਿਖਤ ਤੋਂ ਇਹ ਨਤੀਜਾ ਕੱਢਿਆ ਜਾਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੀ ਆਪਣੀ ਇਸਤਰੀ ਮਾਤਾ ਜੀਤੋ ਜੀ, ਕਿ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਸੀ, ਜੋ ਸਿੱਖਾਂ ਨੂੰ ਇਹ ਗੱਲ ਆਖਦੇ ਪਏ ਹਨ ਕਿ ਇਸਤਰੀ ਦੇ ਜਾਮੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਵਿਸ਼ਵਾਸ ਦਾ ਵਿਰੋਧੀ ਸ਼ਬਦ ਹੈ ਸ਼ੱਕ ਕਰਨਾ। ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ, ਇਸ ਦਾ ਭਾਵ ਹੈ ਉਹਦੇ ਉੱਤੇ ਸ਼ੱਕ ਕਰਨਾ। ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹੋ ਜਿਹੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਸਨ, ਜਿਸ ਸਮਾਜ ਦੇ ਅੰਦਰ ਸਮਾਜ ਦੇ ਜਿਹੜੇ ਦੋ ਅੰਗ ਨੇ, ਪਤੀ ਤੇ ਪਤਨੀ, ਪੁਰਸ਼ ਤੇ ਇਸਤਰੀ, ਦੋਨਾਂ ਦਾ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਨਾ ਹੋਵੇ, ਦੋਨਾਂ ਦਾ ਇੱਕ ਦੂਸਰੇ ਦੇ ਉੱਤੇ ਭਰੋਸਾ ਨਾ ਹੋਵੇ। ਤੇ ਜੇ ਇਸਤਰੀ ਜਾਮੇ ਦੇ ਉੱਤੇ ਭਰੋਸਾ ਨਹੀਂ ਕਰਨਾ, ਵਿਸ਼ਵਾਸ ਨਹੀਂ ਕਰਨਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਉਹ ਸਿੱਖਿਆ ਜਿੱਥੇ ਸਤਿਗੁਰਾਂ ਨੇ ਇਹ ਗੱਲ ਆਖੀ ਹੈ ਵੀ ਧੰਨ ਪਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧੰਨ ਪਿਰ ਕਹੀਐ ਸੋਏ, ਉਸ ਸਿੱਖਿਆ ਨੂੰ ਅਸੀਂ ਕਿੱਥੇ ਰੱਖਾਂਗੇ? ਜ਼ਰੂਰਤ ਆ ਇਹਨਾਂ ਲਿਖਤਾਂ ਨੂੰ ਧਿਆਨ ਦੇ ਨਾਲ ਵਾਚਣ ਦੀ, ਪਰਖਣ ਦੀ, ਸਮਝਣ ਦੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲਿਖਤਾਂ ਦੇ ਅੰਦਰ ਗੁਰੂ ਸਾਹਿਬ ਜੀ ਦਾ, ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਿੱਖਾਂ ਦਾ ਨਾਮ ਵਰਤਿਆ ਗਿਆ, ਔਰ ਇਹਨਾਂ ਲਿਖਤਾਂ ਦੀ ਰਾਹੀਂ ਸਿੱਖ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਅਤੇ ਨਰੋਈ ਵਿਚਾਰਧਾਰਾ ਤੋਂ ਦੂਰ ਕਰਨ ਦਾ ਯਤਨ ਕੀਤਾ ਗਿਆ। ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਦਿਨਾਂ ਦੇ ਅੰਦਰ ਰਹਿਤਨਾਮਿਆਂ ਦੇ ਸੰਬੰਧ ਦੇ ਵਿੱਚ ਕੁਝ ਕੁ ਹੋਰ ਵੀਡੀਓ ਵੀ ਆਪ ਜੀ ਦੇ ਨਾਲ ਸਾਂਝੀਆਂ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।